ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ। ਅੱਜ ਜਿਸ ਟੌਪਿਕ ਦੀ ਮੈਂ ਗੱਲ ਕਰ ਰਹੀ ਹਾਂ ਉਹ ਇੱਕ ਇਹੋ ਜਿਹੀ ਗੱਲ ਹੈ ਜਿਹਦੇ ਤੇ ਗੱਲ ਬਹੁਤ ਘੱਟ ਹੁੰਦੀ ਹੈ। ਉਹ ਟੌਪਿਕ ਹੈ ਕਿ ਏਸ਼ੀਅਨ ਫਾਦਰਸ, ਸਪੈਸੀਫਿਕਲੀ ਪੰਜਾਬੀ ਫਾਦਰਸ, ਪੰਜਾਬੀ ਪਿਓ ਇੰਨੇ ਸਖਤ ਕਿਉਂ ਹੁੰਦੇ। ਆਮ ਹੀ ਆਪਾਂ ਆਪਣੇ ਘਰਾਂ 'ਚ ਦੇਖਦੇ ਹਾਂ ਕਿ ਜਦੋਂ ਘਰੇ ਆਉਂਦੇ ਨਾ, ਆਪਾਂ ਕਹਿੰਦੇ ਹਾਂ ਕਿ ਪਾਪਾ ਆ ਗਏ, ਤਾਂ ਇੱਕ ਅਜੀਬ ਤਰ੍ਹਾਂ ਦੀ ਸ਼ਾਂਤੀ ਵਰਤ ਜਾਂਦੀ ਹੈ ਘਰੇ, ਐਜ਼ ਇਫ ਪਾਪਾ ਨਹੀਂ ਆਏ, ਕੋਈ ਬੌਸ ਆਇਆ ਘਰੇ। ਤਾਂ ਇਸ 'ਤੇ ਗੱਲ ਕਰਦੇ ਹਾਂ ਕਿ ਇਸ ਤਰ੍ਹਾਂ ਕਿਉਂ ਹੁੰਦਾ ਹੈ, ਕਿਉਂ ਨੇ ਪੰਜਾਬੀ ਫਾਦਰਸ ਇੰਨੇ ਸਖਤ, ਕਿਉਂ ਨੇ ਏਸ਼ੀਆਈ ਪਿਤਾ ਇੰਨੇ ਸਖਤ, ਕਿ ਇੱਕ ਇਮੋਸ਼ਨਲ ਗੈਪ ਜਿਹੜਾ ਹੈਗਾ ਹਮੇਸ਼ਾ ਉਹਨਾਂ ਦੇ ਵਿੱਚ ਰਹਿੰਦਾ ਹੈ। ਸਪੈਸੀਫਿਕਲੀ ਬॉयज़ ਨੂੰ ਇਹ ਪ੍ਰੋਬਲਮ ਜ਼ਿਆਦਾ ਫੇਸ ਕਰਨੀ ਪੈਂਦੀ ਹੈ ਕਿ ਉਹਨਾਂ ਨੂੰ ਉਹ ਇੱਕ ਕਮੀ ਮਹਿਸੂਸ ਕਰਦੇ ਆ ਕਿ ਬਾਪੂ ਜਿਹੜਾ ਉਹ ਬਾਹਲਾ ਅੜਬ ਹੈ, ਉਹ ਗੱਲ ਹੀ ਨਹੀਂ ਕਰਦਾ ਕੋਈ ਖੁੱਲ੍ਹ ਕੇ, ਤਾਂ ਅਸੀਂ ਕਨੈਕਟ ਹੋ ਹੀ ਨਹੀਂ ਪਾਉਂਦੇ। ਪਹਿਲਾਂ ਤੋਂ ਤਾਂ ਆਪਾਂ ਨੂੰ ਆਦਤ ਪਈ ਹੋਈ ਸੀ, ਪਰ ਹੁਣ ਦੇ ਸ਼ਾਇਦ ਜਿਹੜੀ ਹੁਣ ਦੀ ਜਨਰੇਸ਼ਨ ਹੈ ਉਹ ਕਿਤੇ ਨਾ ਕਿਤੇ ਇਹ ਚੀਜ਼ ਫੀਲ ਕਰ ਰਹੀ ਹੈ ਕਿ ਸਾਡਾ ਉਹ ਬੌਂਡ ਨਹੀਂ ਹੈਗਾ ਆਪਣੇ ਫਾਦਰ ਦੇ ਨਾਲ। ਮੈਨੂੰ ਲੱਗਦਾ ਕਾਫੀ ਜਣੇ ਇਸ ਚੀਜ਼ ਨਾਲ ਰਿਲੇਟ ਕਰ ਪਾਉਣਗੇ ਕਿ ਬੌਂਡ ਉਹ ਹੈ ਨਹੀਂ ਜੋ ਅਸੀਂ ਐਕਸਪੈਕਟ ਕਰਦੇ ਹਾਂ। ਮਤਲਬ ਚਾਹੁੰਦੇ ਹੈ ਕਿ ਸਾਡਾ ਵਧੀਆ ਬੌਂਡ ਹੋਵੇ, ਪਰ ਨਹੀਂ ਬਣ ਪਾਉਂਦਾ ਜਸਟ ਬਿਕੋਜ਼ ਆਫ ਸਖਤੀ। ਤਾਂ ਹੁਣ ਜੇ ਆਪਾਂ ਪਿਛਲੇ ਟਾਈਮ 'ਚ ਜਾਈਏ, ਇਹਦੀ ਜੜ ਲੱਭਣ ਦੀ ਕੋਸ਼ਿਸ਼ ਕਰਦੇ ਹਾਂ ਆਪਾਂ ਕਿ ਕਿਉਂ ਹੁੰਦਾ ਹੈ ਇਸ ਤਰ੍ਹਾਂ। ਤਾਂ ਇੱਕ ਤਾਂ ਇਹ ਸੀਗਾ ਕਿ ਆਪਾਂ ਜੇ ਆਪਣੇ ਪੁਰਾਣੇ ਜ਼ਮਾਨੇ, ਆਪਣੇ ਪੁਰਖਿਆਂ ਦੇ ਜ਼ਮਾਨੇ ਦੀ ਗੱਲ ਕਰੀਏ, ਤਾਂ ਉਦੋਂ ਪਤਾ ਕੀ ਹੁੰਦਾ ਸੀਗਾ ਕਿ ਜੋ ਗੱਲ ਪਿਓ ਨੇ ਕਹਿਤੀ ਨਾ, ਉਹ ਕਾਨੂੰਨ ਹੈ। ਮਤਲਬ ਕਿ ਗੱਲ ਜੋ ਕਹਿਤੀ ਉਹੀ ਮੰਨੀ ਜਾਊਗੀ। ਮਤਲਬ ਇਟ ਇਜ਼ ਦ ਰੂਲ ਆਫ ਦਿਸ ਹਾਊਸ ਕਿ ਜੋ ਫਾਦਰ ਨੇ ਕਹਿਤਾ ਉਹ ਉਸ ਤਰ੍ਹਾਂ ਹੀ ਹੋਊਗਾ, ਕਿ ਉਹ ਕਾਨੂੰਨ ਬਣ ਚੁੱਕਿਆ, ਇਹਦੇ 'ਚ ਕੋਈ ਤਬਦੀਲੀ ਨਹੀਂ ਹੋਊਗੀ। ਤਾਂ ਇਸ ਤੋਂ ਬਾਅਦ ਇਹ ਕੀ ਹੁੰਦਾ ਸੀ ਇਹਦੇ 'ਚ ਕਿ ਕਿਉਂਕਿ ਆਪਾਂ ਪੁਰਾਣੇ ਜ਼ਮਾਨੇ ਦੇ ਵਿੱਚ ਕਾਫੀ ਤਸੀਹੇ ਝੱਲੇ ਹੈ, ਆਪਾਂ ਵੰਡ ਵਾਲਾ ਟਾਈਮ ਦੇਖਿਆ, ਆਪਾਂ 84 ਦੇਖੀ ਹੈ, ਆਪਾਂ ਕਾਫੀ ਅੰਗਰੇਜ਼ਾਂ ਦਾ ਜਿਹੜਾ ਟਾਈਮ ਪੀਰੀਅਡ ਹੈ ਉਹ ਦੇਖਿਆ। ਤਾਂ ਉਦੋਂ ਸ਼ਾਇਦ ਮਜ਼ਬੂਤ ਬਣਨਾ ਇੱਕੋ ਇੱਕ ਆਪਸ਼ਨ ਰਹਿ ਜਾਂਦੀ ਸੀਗੀ ਉਹਨਾਂ ਕੋਲੇ ਕਿ ਉਹਨਾਂ ਨੂੰ ਹਾਲਾਤਾਂ ਨੇ ਇਹੋ ਜਿਹੇ ਬਣਾਤਾ, ਦੇ ਵਰ ਨਾਟ ਲਾਈਕ ਦੈਟ। ਮਾਹੌਲ ਇਸ ਤਰ੍ਹਾਂ ਦਾ ਬਣ ਗਿਆ ਕਿ ਉਹ ਇਸ ਤਰ੍ਹਾਂ ਦੇ ਹੋ ਗਏ, ਅਤੇ ਉਦੋਂ ਤੋਂ ਇਹ ਚੀਜ਼ਾਂ ਇਸ ਤਰ੍ਹਾਂ ਹੀ ਚੱਲਦੀਆਂ ਆ ਰਹੀਆਂ ਹੈ, ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਇਹ ਚੀਜ਼ ਬੈਠ ਚੁੱਕੀ ਹੈ ਕਿ ਇਸ ਤਰ੍ਹਾਂ ਰਵਾਂਗੇ ਤਾਂ ਹੀ ਅਸੀਂ ਸੇਫ ਰਹਿ ਸਕਦੇ ਹਾਂ, ਰਾਈਟ। ਕੁਝ ਸਰਵੇਜ਼ ਦੀ ਗੱਲ ਕਰਦੇ ਹਾਂ। 2019 ਦੇ ਵਿੱਚ ਅਮਰੀਕਾ ਦੇ ਕੁਝ ਸਾਇੰਟਿਸਟ ਨੇ ਇੱਕ ਸਰਵੇ ਕੀਤਾ, ਜਿਹਦੇ 'ਚ ਉਹਨਾਂ ਨੇ ਇਹ ਚੀਜ਼ ਪਤਾ ਕਰਨ ਦੀ ਕੋਸ਼ਿਸ਼ ਕੀਤੀ ਕਿ ਏਸ਼ੀਆਈ ਪਿਓ ਇੰਨੇ ਸਖਤ ਕਿਉਂ ਹੁੰਦੇ ਆ। ਉਹਨਾਂ ਨੇ ਰੀਜ਼ਨ ਦਿੱਤਾ ਕਿ ਕਿਉਂਕਿ ਉਹ ਪੁਰਾਣੇ ਰੀਤੀ ਰਿਵਾਜ਼ਾਂ ਨੂੰ ਮੰਨਦੇ ਆ, ਜੋ ਕਿ ਆਪਾਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ ਕਿ ਕਿਹੋ ਜਿਹੇ ਸਿਨੈਰੀਓ ਰਹੇ ਹੋਣਗੇ ਜਿਨ੍ਹਾਂ ਕਰਕੇ ਉਹਨਾਂ ਦਾ ਬਿਹੇਵੀਅਰ ਇਸ ਤਰ੍ਹਾਂ ਹੋ ਗਿਆ। ਉਸ ਤੋਂ ਬਾਅਦ ਇੱਕ ਹੋਰ ਸਰਵੇ ਇੰਗਲੈਂਡ ਦੀ ਇੱਕ ਯੂਨੀਵਰਸਿਟੀ ਨੇ ਕੀਤਾ, ਜਿਹਦੇ 'ਚ ਉਹਨਾਂ ਨੇ 500 ਬੱਚਿਆਂ ਦਾ ਇੱਕ ਸਰਵੇ ਕੀਤਾ, ਜਿਹਦੇ 'ਚ 500 ਬੱਚੇ ਸ਼ਾਮਿਲ ਹੋਏ। ਉਹਦੇ ਵਿੱਚ ਉਹਨਾਂ ਨੇ ਇਹ ਚੀਜ਼ ਦੇਖੀ ਕਿ ਜਿਨ੍ਹਾਂ ਦੇ ਪਿਓ ਬਹੁਤ ਸਖਤ ਹੁੰਦੇ ਆ, ਉਹ ਬੱਚੇ ਉਦਾਸ ਰਹਿੰਦੇ ਆ ਅਤੇ ਆਪਣੇ ਮਨ ਦੀ ਗੱਲ ਕਹਿ ਨਹੀਂ ਪਾਉਂਦੇ, ਉਹ ਘਬਰਾਉਂਦੇ ਬਹੁਤ ਛੇਤੀ ਹੈ। ਇਹ ਮੈਂ ਨਹੀਂ ਕਹਿ ਰਹੀ, ਇੱਕ ਸਰਵੇ ਕਹਿ ਰਿਹਾ, ਅਤੇ ਸ਼ਾਇਦ ਆਪਾਂ ਇਹ ਚੀਜ਼ ਕਦੇ ਗੌਰ ਹੀ ਨਹੀਂ ਕਰਦੇ। ਅਤੇ ਅੱਜ ਦੀ ਜਨਰੇਸ਼ਨ 'ਚ ਵੀ ਮੈਂ ਕਾਫੀ ਜਣੇ ਦੇਖੇ ਆ, ਮੈਂ ਆਪਣੇ ਆਸੇ ਪਾਸੇ ਵੀ ਕਾਫੀ ਜਣੇ ਦੇਖੇ ਆ ਜਿਹੜੇ ਇਹ ਚੀਜ਼ ਨੂੰ ਇਸ ਤਰ੍ਹਾਂ ਹੀ ਕਹਿੰਦੇ ਹੈ ਕਿ ਸਾਡੇ ਪਿਓ ਵੀ ਤਾਂ ਇਸ ਤਰ੍ਹਾਂ ਹੀ ਸੀਗੇ, ਅਸੀਂ ਵੀ ਇਸ ਤਰ੍ਹਾਂ ਹੀ ਰਵਾਂਗੇ ਅਤੇ ਬੱਚੇ ਵਧੀਆ ਰਹਿੰਦੇ, ਅਸੀਂ ਵੀ ਤਾਂ ਵਧੀਆ ਹੀ ਹਾਂ। ਸੋ ਸਾਈਕੋਲੋਜੀਕਲ ਇੰਪੈਕਟ ਕੀ ਪੈਂਦਾ ਉਹਦੇ ਵੱਲ ਆਪਾਂ ਧਿਆਨ ਨਹੀਂ ਦਿੰਦੇ। ਅਤੇ ਹੁਣ ਆਪਾਂ ਫਾਦਰਸ ਦੀ, ਇੱਕ ਤਾਂ ਆਪਾਂ ਪੁਰਾਣੇ ਰੀਤੀ ਰਿਵਾਜ਼ ਦੇਖ ਲਏ, ਹੁਣ ਆਪਾਂ ਫਾਦਰਸ ਦੀ ਸਾਈਕੋਲੋਜੀ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹ ਕੀ ਸੋਚਦੇ ਆ, ਕਿ ਉਹ ਕਸੂਰਵਾਰ ਹੈਗੇ ਆ ਜਾਂ ਉਹਨਾਂ ਦੀ ਸਾਈਕੋਲੋਜੀ ਇਸ ਤਰ੍ਹਾਂ ਦੀ ਬਿਲਟਅਪ ਹੋ ਚੁੱਕੀ ਹੈ। ਉਹਨਾਂ ਨੂੰ ਲੱਗਦਾ ਹੈ ਕਿ ਜੇਕਰ ਉਹ ਪਿਆਰ ਨਾਲ ਬੋਲਣਗੇ ਤਾਂ ਬੱਚਾ ਸਿਰ ਚੜ੍ਹ ਜੂਗਾ। ਪਹਿਲਾ ਪੁਆਇੰਟ ਇਹ ਹੋ ਗਿਆ ਉਹਨਾਂ ਦੇ ਦਿਮਾਗ 'ਚ। ਦੂਜਾ ਪੁਆਇੰਟ ਆਉਂਦਾ ਉਹਨਾਂ ਦੇ ਦਿਮਾਗ 'ਚ ਕਿ ਅਗਰ ਉਹ ਉਹਨਾਂ ਨਾਲ ਹੱਸ ਲੈਣਗੇ, ਉਹਨਾਂ ਨਾਲ ਹੱਸ ਕੇ ਗੱਲ ਕਰਨਗੇ, ਤਾਂ ਉਹਨਾਂ ਦਾ ਜਿਹੜਾ ਉਹ ਰੋਗ ਵਾਲੀ ਪਰਸਨੈਲਿਟੀ ਹੈ ਨਾ ਜਿਹੜੀ, ਉਹ ਤਾਂ ਬਿਲਕੁਲ ਹੀ, ਉਹ ਤਾਂ ਵੈਲਿਊ ਨਹੀਂ ਰਹਿਣੀ ਉਹਦੀ, ਤਾਂ ਉਹ ਤਾਂ ਜ਼ੀਰੋ ਹੋ ਜਾਣੀ ਹੈ। ਸੋ ਇਹ ਉਹਨਾਂ ਨੂੰ ਮਤਲਬ ਪ੍ਰਟੈਂਡ ਕਰਨ ਨੂੰ ਮਤਲਬ ਉਹ ਚਾਹੀਦਾ ਕਿ ਉਹਨਾਂ ਨੇ ਸਖਤ ਬਣੇ ਰਹਿਣਾ ਅੰਦਰੋਂ, ਚਾਹੇ ਉਹ ਜਿਵੇਂ ਵੀ ਹੈ, ਬਟ ਸ਼ੋਅ ਆਫ ਨਹੀਂ ਕਰਨਾ ਬੱਚਿਆਂ ਸਾਹਮਣੇ ਕਿ ਮੈਂ ਨਰਮ ਹੈ। ਜੇ ਮੈਂ ਹੱਸ ਕੇ ਬੋਲੂੰਗਾ ਤਾਂ ਉਹ ਇੰਪੈਕਟ ਜਿਹੜਾ ਹੈਗਾ ਉਹ ਉਸ ਤਰ੍ਹਾਂ ਪੈਣਾ ਨਹੀਂ, ਤਾਂ ਮੇਰੀ ਪਰਸਨੈਲਿਟੀ ਜ਼ੀਰੋ ਹੋ ਜਾਊਗੀ। ਇਹ ਬੇਸਿਕਲੀ ਆਪਾਂ ਦੇਖਿਆ ਹੋਣਾ ਆਮ ਹੀ ਆਪਣੇ ਘਰਾਂ 'ਚ ਵੀ, ਜਦੋਂ ਕਦੇ ਆਪਣੇ ਬ੍ਰਦਰਸ ਜਾਂ ਹੈ ਨਾ ਕਜ਼ਨਸ ਵਗੈਰਾ ਜੋ ਵੀ ਕੋਈ, ਜਿਵੇਂ ਮੰਨ ਲਓ ਚੰਗੇ ਨੰਬਰ ਲੈ ਕੇ ਆਏ,
ਤਾਂ ਬਾਕੀਆਂ ਨੇ ਚਾਹੇ ਉਹਨਾਂ ਨੂੰ ਸ਼ਾਬਾਸ਼ੀ ਦੇਤੀ, ਫਾਦਰ ਵੱਲੋਂ ਕਈ ਫਾਦਰਸ ਵੱਲੋਂ ਇਹ ਜਵਾਬ ਆਉਂਦਾ ਹੁੰਦਾ ਹੈ, ਠੀਕ ਹੈ ਹੋਰ ਮਿਹਨਤ ਕਰ। ਮਤਲਬ ਖੁੱਲ੍ਹ ਕੇ ਅਸੀਂ ਬੱਚਿਆਂ ਨੂੰ ਅਪਰੀਸ਼ੀਏਟ ਵੀ ਨਹੀਂ ਕਰਦੇ, ਜਸਟ ਬਿਕੋਜ਼ ਉਹ ਰੋਹ ਵਾਲੀ ਪਰਸਨੈਲਿਟੀ ਜਿਹੜੀ ਹੈਗੀ ਆ ਉਹ ਨਹੀਂ ਸਾਡੀ ਡਿੱਗਣੀ ਚਾਹੀਦੀ, ਰਾਈਟ। ਤੇ ਉਸ ਤੋਂ ਬਾਅਦ ਆਪਾਂ ਜੇ ਮਤਲਬ ਬੱਚੇ ਨੇ ਕੁਝ ਵੀ ਕਰਤਾ, ਅਪਰੀਸੀਏਸ਼ਨ ਨਹੀਂ ਉਦੋਂ ਪੁੱਠਾ ਚੱਲਣਾ ਹੈ। ਮਤਲਬ ਆਪਾਂ ਉਹਨਾਂ ਨੂੰ ਐ ਨਹੀਂ ਕਰਨਾ, ਮੰਨ ਲਓ ਜੇ ਉਹਨੇ ਕਹਿਤਾ ਵੀ ਮੈਂ ਆਹ ਚੀਜ਼ ਇਸ ਤਰ੍ਹਾਂ ਕਰਨੀ ਹੈ, ਜੇ ਉਹਨੇ ਕਹਿਤਾ ਵੀ ਮੈਂ ਬਾਹਰ ਖੇਡਣ ਵੀ ਜਾਣਾ, ਉਹਦੇ 'ਚ ਵੀ ਆਪਾਂ ਉਹਨਾਂ ਨੂੰ ਮਤਲਬ ਐ ਨਹੀਂ ਪਿਆਰ ਦੇ ਨਾਲ ਨਹੀਂ ਕਹਿੰਦੇ, ਉਹਦੇ 'ਚ ਵੀ ਆਪਾਂ ਨਹੀਂ ਵੀ ਚੁੱਪ ਕਰਕੇ ਪੜ੍ਹ ਲਾ ਬੈਠ ਕੇ। ਮਤਲਬ ਬੱਚਿਆਂ ਦੀ ਸਾਈਕੋਲੋਜੀ ਵੱਲ ਆਪਾਂ ਧਿਆਨ ਦਿੰਦੇ ਹੀ ਨਹੀਂ ਕਿ ਉਹ ਕੀ ਸੋਚਣਗੇ, ਜਾਂ ਉਹਨਾਂ ਨੂੰ ਆਪਾਂ ਪਿਆਰ ਨਾਲ ਵੀ ਡੀਲ ਕਰ ਸਕਦੇ, ਉਹਨਾਂ ਨੂੰ ਆਪਾਂ ਇਹ ਵੀ ਕਹਿ ਸਕਦੇ ਹਾਂ ਵੀ ਤੂੰ ਐਂ ਕਰ, ਥੋੜ੍ਹੀ ਦੇਰ ਪੜ੍ਹਾਈ ਕਰ ਲਾ, ਫਿਰ ਤੂੰ ਖੇਡਣ ਜਾਂ ਥੋੜ੍ਹੀ ਦੇਰ ਖੇਡ ਆ, ਫਿਰ ਤੂੰ ਆ ਕੇ ਪੜ੍ਹ ਲਈ। ਨਹੀਂ, ਆਪਾਂ ਰੋਬ ਨਾਲ ਹੀ ਜਵਾਬ ਦੇਣਾ ਹੈ, ਕਿਉਂਕਿ ਆਪਣੀ ਪਰਸਨੈਲਿਟੀ ਇੱਦਾਂ ਦੀ ਬਿਲਡਅਪ ਹੋ ਚੁੱਕੀ ਹੈ। ਬੱਚਾ ਰੋ ਵੀ ਪਵੇ ਤਾਂ ਫਿਰ ਵੀ ਆਪਣੇ ਕੋਲ ਇੱਕ ਗੱਲ ਹੁੰਦੀ ਹੈ ਤੇ ਕਿ ਕੀ ਕੁੜੀਆਂ ਵਾਂਗ ਰੋਈ ਜਾਂਦਾ, ਮੁੰਡਿਆਂ ਨੂੰ ਤਾਂ ਅਕਸਰ ਇਹੀ ਕਿਹਾ ਜਾਂਦਾ ਵੀ ਕੀ ਕੁੜੀਆਂ ਵਾਂਗ ਰੋਈ ਜਾਂਦਾ, ਤੂੰ ਰੋਣ ਵਾਲੀ ਕੋਈ ਗੱਲ ਹੋਈ, ਕੋਈ ਰੋ ਰਿਹਾ ਇੱਥੇ। ਤਾਂ ਉਹ ਚੀਜ਼ ਉਸ ਬੱਚੇ 'ਤੇ ਵੱਡਾ ਹੋ ਕੇ ਜੋ ਇੰਪੈਕਟ ਪਾਊਗੀ, ਉਹਦੇ ਵੱਲ ਆਪਣਾ ਧਿਆਨ ਹੀ ਨਹੀਂ ਹੈਗਾ। ਨਹੀਂ, ਹੁਣ ਇਹ ਸਾਰੇ ਕੁਝ ਕਰਨ ਦਾ ਇੰਪੈਕਟ ਜਿਹੜਾ ਪੈਂਦਾ, ਹੁਣ ਆਪਾਂ ਉਹਦੀ ਗੱਲ ਕਰਦੇ ਹਾਂ। ਪਿਓ ਪੁੱਤਰ ਦਾ ਅਸਲੀ ਰਿਸ਼ਤਾ ਗਵਾਚ ਜਾਂਦਾ, ਉਹ ਇੱਕ ਦੂਜੇ ਵਾਸਤੇ ਅਜਨਬੀ ਹੋ ਜਾਂਦੇ ਆ। ਆਪਾਂ ਦੇਖਦੇ ਹੀ ਹੈ, ਮੇਰੇ ਖਿਆਲ ਨਾਲ ਕਾਫੀ ਜਣੇ ਇਸ ਗੱਲ ਨਾਲ ਸਹਿਮਤ ਹੋਣਗੇ ਵੀ ਸਾਡੀ ਆਪਦੇ ਫਾਦਰ ਸਾਹਿਬ ਨਾਲ ਗੱਲ ਕਦੇ ਕਦਾਈ ਹੋ ਜਾਂਦੀ ਹੈ। ਮਤਲਬ ਐਵੇਂ ਇਸ ਤਰ੍ਹਾਂ ਨਹੀਂ ਵੀ ਅਸੀਂ ਖੁੱਲ੍ਹ ਕੇ ਬੈਠ ਗਏ ਉਹਨਾਂ ਨਾਲ ਗੱਲਾਂ ਕਰ ਲਈਆਂ, ਨਹੀਂ। ਮਤਲਬ ਐ ਟੂ ਦਾ ਪੁਆਇੰਟ ਜੇ ਗੱਲ ਹੁੰਦੀ ਹੈ। ਅਤੇ ਇਹਦੇ ਪਿੱਛੇ ਰੀਜ਼ਨ ਜਿਹੜਾ ਸਭ ਤੋਂ ਵੱਡਾ ਹੈਗਾ, ਕਿਉਂਕਿ ਫਾਦਰਸ ਨੇ ਵੀ ਇਹ ਸਮਝ ਲਿਆ ਹੋਇਆ ਕਿ ਮੰਨ ਲਓ ਉਹਨਾਂ ਨੇ ਕੋਈ ਗੱਲ ਕਹਿਣੀ ਹੈ ਨਾ, ਤਾਂ ਉਹਨਾਂ ਨੇ ਉਹਦਾ ਰੀਜ਼ਨ ਨਹੀਂ ਦੇਣਾ, ਉਹਨਾਂ ਨੇ ਕਹਿ ਦੇਣਾ ਮੈਂ ਕਹਿ ਰਿਹਾ ਨਾ, ਇਸ ਕਰਕੇ ਕਰਨਾ ਹੈ। ਸੋ ਰਾਏ ਪੁੱਛਣੀ ਆਪਾਂ ਜ਼ਰੂਰੀ ਨਹੀਂ ਸਮਝਦੇ, ਕਿਉਂਕਿ ਆਪਾਂ ਸਮਝ ਰਹੇ ਹਾਂ ਕਿ ਇਹਦੇ 'ਚ ਸਾਡਾ ਜਿਹੜਾ ਹੈਗਾ ਕੋਈ ਇਹਦੇ 'ਚ ਸਾਡੀ ਇੱਜ਼ਤ ਘੱਟ ਰਹੀ ਹੈ ਜੇਕਰ ਅਸੀਂ ਬੱਚਿਆਂ ਦੀ ਰਾਏ ਪੁੱਛਾਂਗੇ। ਅਤੇ ਮੈਨੂੰ ਲੱਗਦਾ ਹੈ ਇਹ ਕਿ ਆਪਾਂ ਨੂੰ ਚਾਹੇ ਉਹ ਪੁਰਾਣੇ ਰਿਵਾਜ਼ ਚੱਲ ਰਹੇ ਹੈ, ਪਰ ਆਪਾਂ ਕੋਸ਼ਿਸ਼ ਕਰ ਸਕਦੇ ਹਾਂ ਚੇਂਜ ਹੋਣ ਦੀ। ਆਪਾਂ ਬੇਸਿਕਲੀ ਜਦੋਂ ਆਪਣੀ ਟੈਕਨੋਲੋਜੀ ਇੰਨੀ ਐਡਵਾਂਸ ਹੋ ਰਹੀ ਹੈ, ਆਪਾਂ ਸਭ ਕੁਛ ਚੀਜ਼ਾਂ ਦੇ ਵਿੱਚ ਗਰੋ ਕਰ ਰਹੇ ਹਾਂ। ਪਹਿਲਾਂ ਆਪਾਂ ਪੈਦਲ ਚੱਲਦੇ ਸੀ, ਫਿਰ ਆਪਾਂ ਸਾਈਕਲ ਇਨਵੈਂਟ ਕਰ ਲਿਆ ਜੀ, ਫਿਰ ਆਪਾਂ 2 ਵੀਲਰਸ 'ਤੇ ਆ ਗਏ, ਫਿਰ 4 ਵੀਲਰਸ 'ਤੇ ਆ ਗਏ, ਫਿਰ ਐਰੋਪਲੇਨ ਆ ਗਏ। ਮਤਲਬ ਦਿਨੋਂ ਦਿਨ ਗਰੋ ਕਰ ਰਹੇ ਹਾਂ, ਤਾਂ ਕਿਉਂ ਆਪਾਂ ਆਪਣੇ ਰੀਤੀ ਰਿਵਾਜ਼ ਜਿਹੜੇ ਕਿ ਆਪਾਂ ਨੂੰ ਪਤਾ ਹੈ ਕਿ ਇਹਨਾਂ 'ਚ ਚੇਂਜ ਦੀ ਜ਼ਰੂਰਤ ਹੈ, ਤਾਂ ਆਪਾਂ ਚੇਂਜ ਤੋਂ ਇਹਨਾਂ ਭੱਜ ਕਿਉਂ ਰਹੇ ਹਾਂ ਕਿ ਆਪਾਂ ਚੇਂਜ ਕਰਨਾ ਹੀ ਨਹੀਂ ਚਾਹੁੰਦੇ। ਆਪਾਂ ਉਹ ਉਸੇ ਤਰ੍ਹਾਂ ਹੀ ਚੱਲ ਰਿਹਾ। ਕਿਉਂ ਤੁਸੀਂ ਆਪਣੇ ਬੱਚਿਆਂ ਨਾਲ ਖੁੱਲ੍ਹ ਕੇ ਨਹੀਂ ਬੋਲ ਸਕਦੇ? ਕਿਉਂ ਤੁਸੀਂ ਆਪਣੇ ਬੱਚਿਆਂ ਨਾਲ ਖੁੱਲ੍ਹ ਕੇ ਗੱਲ ਨਹੀਂ ਕਰ ਸਕਦੇ? ਕਿਉਂ ਤੁਸੀਂ ਆਪਣੇ ਬੱਚਿਆਂ ਨੂੰ ਰੀਜ਼ਨ ਨਹੀਂ ਦੇ ਸਕਦੇ ਕਿ ਇਹ ਕੰਮ ਆਪਾਂ ਇਸ ਤਰ੍ਹਾਂ ਕਰਨਾ? ਇਹਦੇ ਪਿੱਛੇ ਕਾਰਨ ਇਹ ਹੈ। ਕਿਉਂ ਆਪਾਂ ਆਪਣੀ ਰੋਹ ਵਾਲੀ ਪਰਸਨੈਲਿਟੀ ਤਿਆਗ ਨਹੀਂ ਸਕਦੇ? ਕਿਉਂ ਆਪਾਂ ਉਹ ਕੁਰਸੀ ਛੱਡਣ ਲਈ ਤਿਆਰ ਨਹੀਂ ਹੈਗੇ ਜੋ ਐਕਚੁਅਲ ਦੇ ਵਿੱਚ ਕੁਰਸੀ ਹੈ ਹੀ ਨਹੀਂ, ਸਿਰਫ ਆਪਣੇ ਦਿਮਾਗ ਦੇ ਵਿੱਚ ਬੈਠੀ ਹੋਈ ਇੱਕ ਗੱਲ ਹੈ। ਸੋ ਇਹ 'ਤੇ ਧਿਆਨ ਦੇਣ ਦੀ ਬਹੁਤ ਲੋੜ। ਅਤੇ ਅਖੀਰ ਦੇ ਵਿੱਚ ਮੈਂ ਇਹ ਕਹਿਣਾ ਚਾਹੂੰਗੀ ਕਿ ਅਗਰ ਇਸ ਵੀਡੀਓ ਨੂੰ ਫਾਦਰਸ ਦੇਖ ਰਹੇ ਹੈ ਤਾਂ ਉਹ ਆਪਣੇ ਵਿਊ ਪੁਆਇੰਟ ਜ਼ਰੂਰ ਰੱਖਣ। ਅਗਰ ਇਸ ਵੀਡੀਓ ਨੂੰ ਤੁਸੀਂ ਐਜ਼ ਸਨ ਦੇਖ ਰਹੇ ਹੋ, ਐਜ਼ ਬੇਟਾ ਦੇਖ ਰਹੇ ਹੋ, ਤਾਂ ਵੀ ਤੁਸੀਂ ਆਪਣੇ ਵਿਊ ਪੁਆਇੰਟਸ ਜ਼ਰੂਰ ਰੱਖੋ। ਇਸ ਤੋਂ ਇਲਾਵਾ ਜੇ ਮਦਰਸ ਦੇਖ ਰਹੀਆਂ, ਸਿਸਟਰਸ ਦੇਖ ਰਹੀਆਂ, ਡਾਟਰਸ ਦੇਖ ਰਹੀਆਂ, ਤਾਂ ਉਹ ਵੀ ਆਪਣੇ ਵਿਊ ਪੁਆਇੰਟ ਜ਼ਰੂਰ ਰੱਖਣ, ਤਾਂ ਕਿ ਆਪਾਂ ਇਸ ਚੀਜ਼ 'ਤੇ ਆਪਾਂ ਨੂੰ ਕਲੈਰਿਟੀ ਹੋ ਸਕੇ ਕਿ ਹਾਂਜੀ ਇਮੋਸ਼ਨਲੀ ਡਿਟੈਚਡ ਹੈਗੇ ਨੇ ਫਾਦਰ ਐਂਡ ਸਨ, ਉਹਨਾਂ ਨੂੰ ਲੋੜ ਹੈ ਕਨੈਕਟ ਹੋਣ ਦੀ। ਮਿਸਗਾਈਡ ਵੀ ਬੱਚਾ ਉਦੋਂ ਹੀ ਹੁੰਦਾ ਹੈ ਜਦੋਂ ਉਹਨੂੰ ਘਰੋਂ ਇਹ ਚੀਜ਼ ਮਿਲਦੀ ਹੈ ਵੀ ਇਹ ਤਾਂ ਮੇਰੇ ਨਾਲ ਕਦੇ ਪਿਆਰ ਨਾਲ ਬੋਲਦੇ ਹੀ ਨਹੀਂ, ਰਾਈਟ। ਸੋ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਅਸੀਂ ਕਿਵੇਂ ਆਪਣੇ ਬੱਚਿਆਂ ਨਾਲ ਡੀਲ ਕਰਨਾ। ਅਤੇ ਬੱਚਿਆਂ ਨੂੰ ਬੱਚੇ ਨਹੀਂ ਵਿਗੜਦੇ ਜਦੋਂ ਆਪਾਂ ਸੋਚ ਲਈਏ। ਜੇ ਤੁਸੀਂ 15 ਮਿੰਟ ਬੈਠ ਕੇ ਰੋਜ਼ ਆਪਣੇ ਬੱਚਿਆਂ ਨਾਲ ਗੱਲ ਕਰੋਗੇ ਤਾਂ ਮੇਰੇ ਖਿਆਲ ਨਾਲ ਉਹ ਜ਼ਿਆਦਾ ਕਨੈਕਟ ਕਰ ਪਾਉਣਗੇ ਅਤੇ ਉਹ ਸ਼ਾਇਦ ਤੁਹਾਡੀ ਗੱਲ ਜ਼ਿਆਦਾ ਸੁਣਨਗੇ ਬਜਾਏ ਇਸ ਦੇ ਕਿ ਤੁਸੀਂ ਰੋਬ ਨਾਲ ਆਪਣੀ ਗੱਲ ਮਨਵਾਓ। ਸੋ ਦੈਟਸ ਇਟ ਫॉर ਟੁਡੇ ਗਾਈਜ਼। ਥੈਂਕ ਯੂ ਸੋ ਮਚ। ਅਗਰ ਤੁਹਾਨੂੰ ਵੀਡੀਓਜ਼ ਪਸੰਦ ਆ ਰਹੀਆਂ ਤਾਂ ਪਲੀਜ਼ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ।